ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਸਟੂਡੈਂਟਸ in social science class. I am Harjeet Singh. I hope all of you will be fine. Today we will start first lesson of geography, resources and development. So let's start our lesson. In today's video we will discuss definition of our sources and classification of our sources on the basis of origin, exhaustibility and ownership. The title of today's chapter is Resources and Development, means स्रोत ਅਤੇ ਵਿਕਾਸ, ਸਾਧਨ ਅਤੇ ਵਿਕਾਸ. So this is the definition of our sources. Everything available in our environment which can be used to satisfy our needs, provided it is technologically accessible, economically feasible and naturally acceptable, can be termed as resources. ਮੀਨਸ ਸਾਡੇ এনवायरमेंट ਜੋ ਵੀ ਥਿੰਗਸ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਅਵੇਲੇਬਲ ਨੇ ਔਰ ਜੋ ਸਾਡੇ ਕੋਲ ਕਰੰਟ ਟੈਕਨੋਲੋਜੀ ਆ ਉਸ ਟੈਕਨੋਲੋਜੀ ਨਾਲ ਅਸੀਂ ਇਹਨਾਂ ਥਿੰਗਸ ਤੱਕ ਅਪਰੋਚ ਕਰ ਸਕਦੇ ਹਾਂ ਐਂਡ ਇਕਨੋਮਿਕਲ ਤੌਰ 'ਤੇ ਵੀ ਇਹ ਥਿੰਗਸ ਸਾਡੀ ਅਰੇਂਜ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਔਰ ਕਲਚਰਲ ਮਤਲਬ ਸਾਡੀ ਸੋਸਾਇਟੀ ਵਿੱਚ ਇਹ ਥਿੰਗਸ ਅਸੈਪਟੇਬਲ ਹੋਣ ਸਵੀਕਾਰ ਕੀਤੀਆਂ ਜਾ ਸਕਣ। ਸੋ ਇਹਨਾਂ ਥਿੰਗਸ ਨੂੰ ਅਸੀਂ ਰਿਸੋਰਸਿਸ ਆਖ ਸਕਦੇ ਹਾਂ। ਐਗਜ਼ੈਂਪਲ ਦੇ ਤੌਰ 'ਤੇ এনवायरमेंट ਵਿੱਚ ਸਾਡੇ ਕੋਲ ਬਹੁਤ ਸਾਰੀਆਂ ਥਿੰਗਸ ਨੇ ਜਿਵੇਂ ਕਿ ਫੋਰੈਸਟ, ਵਾਟਰ, ਸੋਇਲ, ਏਅਰ, ਫੋਸਲ ਫਿਊਲਸ, ਨੈਚੁਰਲ ਗੈਸ ਐਂਡ ਸੋ ਮੈਨੀ ਟਾਈਪਸ ਆਫ ਮਿਨਰਲਸ. ਥੀਸ ਆਰ ਆਲ ਆਰ ਦਾ ਰਿਸੋਰਸਿਸ ਫਾਰ ਅਸ ਬਿਕੋਜ਼ ਦੇ ਸੈਟਿਸਫਾਈ ਆਵਰ ਨੀਡਸ। ਟੈਕਨੋਲੋਜੀਕਲ ਅਸੈਸਿਬਲ ਦੀ ਆਪਾਂ ਐਗਜ਼ੈਂਪਲ ਦੇ ਤੌਰ 'ਤੇ ਦੇਖੀਏ ਤਾਂ ਜਿਵੇਂ ਸਾਡੇ ਕੋਲ ਕੋਲ ਇੱਕ ਮਿਨਰਲ ਸਾਡੀ ਨੀਡ ਸੈਟਿਸਫਾਈ ਕਰਦਾ ਹੈ ਔਰ ਕੋਲ ਨੂੰ ਐਕਸਟਰੈਕਟ ਕਰਨ ਵਾਸਤੇ ਅਸੀਂ ਕਾਫੀ ਮਸ਼ੀਨਸ ਜਾਂ ਟੂਲਸ ਯੂਜ਼ ਕਰਦੇ ਹਾਂ। ਇਹ ਸਾਰੇ ਟੂਲਸ ਐਂਡ ਮਸ਼ੀਨਸ ਅਸੀਂ ਟੈਕਨੋਲੋਜੀ ਦੀ ਹੈਲਪ ਦੇ ਨਾਲ ਮੈਨੂਫੈਕਚਰ ਕੀਤੇ ਹੋਏ ਨੇ। ਸੋ ਪ੍ਰੈਜੈਂਟ ਟਾਈਮ ਦੇ ਵਿੱਚ ਜੋ ਟੈਕਨੋਲੋਜੀ ਅਸੀਂ ਡਿਵੈਲਪ ਕੀਤੀ ਆ, ਜੋ ਟੂਲਸ ਅਸੀਂ ਬਣਾਏ ਹੋਏ ਨੇ, ਅਗਰ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਕਿਸੇ ਮਿਨਰਲ ਨੂੰ ਜਾਂ ਸੋਰਸਿਸ ਨੂੰ ਐਕਸਟਰੈਕਟ ਕਰ ਲੈਂਦੇ ਹਾਂ ਤਾਂ ਅਸੀਂ ਫਿਰ ਇਸ ਨੂੰ ਯੂਜ਼ ਕਰਦੇ ਹਾਂ ਔਰ ਇਸ ਨੂੰ ਰਿਸੋਰਸਿਸ ਆਖ ਸਕਦੇ ਹਾਂ। ਬਟ ਇਫ ਵੀ ਆਰ ਅਨਏਬਲ ਟੂ ਅਸੈਸ ਸਮ ਥਿੰਗਸ ਇਨ ਐਨਵਾਇਰਮੈਂਟ ਵਿਦ ਦਾ ਪ੍ਰੈਜੈਂਟ ਟੈਕਨੋਲੋਜੀ ਸੋ ਵੀ ਕੈਨ ਨਾਟ ਸੀ ਦੈਟ ਥਿੰਗਸ ਐਜ਼ ਏ ਰਿਸੋਰਸਿਸ। ਐਨਵਾਇਰਮੈਂਟ ਵਿੱਚ ਬਹੁਤ ਸਾਰੀਆਂ ਥਿੰਗਸ ਔਰ ਰਿਸੋਰਸਿਸ ਅਜਿਹੇ ਨੇ ਜੋ ਕਿ ਸਾਡੇ ਕੋਲ ਰॉ ਮਟੀਰੀਅਲ ਦੇ ਤੌਰ 'ਤੇ ਅਵੇਲੇਬਲ ਨੇ ਔਰ ਅਸੀਂ ਇਹਨਾਂ ਨੂੰ ਡਾਇਰੈਕਟਲੀ ਤੌਰ 'ਤੇ ਯੂਜ਼ ਨਹੀਂ ਕਰ ਸਕਦੇ। ਇਹਨਾਂ ਨੂੰ ਯੂਜ਼ ਕਰਨ ਵਾਸਤੇ ਹਿਊਮਨ ਬੀਇੰਗ ਟੈਕਨੋਲੋਜੀ ਔਰ ਇੰਸਟੀਟਿਊਸ਼ਨ ਦੀ ਹੈਲਪ ਦੇ ਨਾਲ ਇਹਨਾਂ ਦੀ ਫਾਰਮ ਕਨਵਰਟ ਕਰਦਾ ਹੈ ਔਰ ਇਹਨੂੰ ਇੱਕ ਯੂਜ਼ੇਬਲ ਥਿੰਗਸ ਦੇ ਵਿੱਚ ਕਨਵਰਟ ਕਰਕੇ ਯੂਜ਼ ਕਰਦਾ ਹੈ। ਐਗਜ਼ੈਂਪਲ ਦੇ ਤੌਰ 'ਤੇ ਅਸੀਂ ਆਪਣੇ ਸਰਾਊਂਡਿੰਗ ਕਈ ਤਰ੍ਹਾਂ ਦੀਆਂ ਆਇਰਨ ਦੀਆਂ ਥਿੰਗਸ ਦੇਖਦੇ ਹਾਂ ਜਿਵੇਂ ਕਿ ਕੰਬਾਈਨਸ, ਮਸ਼ੀਨਸ, ਟਰੈਕਟਰ ਐਂਡ ਸੋ ਮੈਨੀ ਟਾਈਪਸ ਆਫ ਵਾਹੀਕਲਸ, ਮੈਨੀ ਟਾਈਪਸ ਆਫ ਸਮੋਲ ਐਂਡ ਬਿਗ ਇਕਵਿਪਮੈਂਟ ਆਫ ਆਇਰਨ। ਦੇ all are not extracted from the ores. With the help of technology, human being mine the iron, raw iron from the iron ores and send it to the iron industry, where they manufacture different kinds of machines and tools according to their needs. ਮਤਲਬ ਕਿ ਅਸੀਂ ਆਪਣੇ ਆਸ-ਪਾਸ ਜੋ ਆਇਰਨ ਦੇ ਟੂਲਸ ਜਾਂ ਮਸ਼ੀਨਸ ਦੇਖਦੇ ਹਾਂ ਇਹਨਾਂ ਨੂੰ ਡਾਇਰੈਕਟਲੀ ਤੌਰ 'ਤੇ ਧਰਤੀ ਦੇ ਹੇਠੋਂ ਮਾਈਨਿੰਗ ਕਰਕੇ ਨਹੀਂ ਕੱਢਿਆ ਗਿਆ। ਧਰਤੀ ਦੇ ਹੇਠੋਂ ਮਾਈਨਿੰਗ ਕਰਕੇ ਸਿਰਫ ਅਸੀਂ ਰॉ ਮਟੀਰੀਅਲ ਦੇ ਤੌਰ 'ਤੇ ਆਇਰਨ ਬਾਹਰ ਕੱਢਿਆ ਸੀ ਔਰ ਇਸ ਆਇਰਨ ਨੂੰ ਅਸੀਂ ਆਇਰਨ ਇੰਡਸਟਰੀ ਵਿੱਚ ਭੇਜਿਆ ਜਿੱਥੇ ਇਸ ਨੂੰ ਮੈਲਟ ਕਰਕੇ ਅਸੀਂ ਆਪਣੀ ਲੋੜ ਅਨੁਸਾਰ, ਨੀਡ ਦੇ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੀਆਂ ਥਿੰਗਸ ਔਰ ਮਸ਼ੀਨਸ ਜਿਹੜੀਆਂ ਡਿਵੈਲਪ ਕਰ ਲਈਆਂ। ਨੈਕਸਟ ਸਾਡੇ ਕੋਲ ਇਹ ਰਿਸੋਰਸਿਸ ਦੀ ਕਲਾਸੀਫਿਕੇਸ਼ਨ ਦਾ ਫਲੋ ਚਾਰਟ ਹੈ ਜਿਸ ਵਿੱਚ ਅਲੱਗ-ਅਲੱਗ ਬੇਸਿਸ ਦੇ ਉੱਪਰ ਰਿਸੋਰਸਿਸ ਨੂੰ ਕਲਾਸੀਫਾਈ ਕੀਤਾ ਹੋਇਆ ਹੈ। ਅਕੋਰਡਿੰਗ ਟੂ ਦਿਸ, ਫਸਟ ਵੀ ਕਲਾਸੀਫਾਈ ਆਵਰ ਰਿਸੋਰਸਿਸ ਔਨ ਦਾ ਬੇਸਿਸ ਆਫ origin. Origin means place where something begins. On the basis of origin, we classify resources in two types, biotic resources and abiotic resources. First is biotic resources. Remember, it is simply that all the living things are biotic resources and all the non-living things are abiotic resources. ਬਾਇਓਟਿਕ ਰਿਸੋਰਸਿਸ ਦੱਸਿਆ ਗਿਆ ਹੈ ਕਿ ਜੋ ਅਸੀਂ ਬਾਇਓਸਫੀਅਰ ਤੋਂ ਪ੍ਰਾਪਤ ਕੀਤੇ ਨੇ ਔਰ ਇਹਨਾਂ ਦੀ ਲਾਈਫ ਹੁੰਦੀ ਹੈ, ਮਤਲਬ ਇਹ ਜੀਵਿਤ ਚੀਜ਼ਾਂ ਨੇ ਜਿਵੇਂ ਕਿ ਹਿਊਮਨ ਬੀਇੰਗਸ, ਫਲੋਰਾ ਮੀਨਸ ਪਲਾਂਟਸ, ਫੌਨਾ, ਐਨੀਮਲਸ, ਫਿਸ਼ਰੀਜ਼, ਲਾਈਵ ਸਟਾਕਸ, ਐਨੀਮਲ ਐਕਸੈਟਰਾ, all are the living things because they have life. And those things that do not breathing are called non-living things. Example, rocks and metals.
You can write examples of both types according to your knowledge. Secondly, they classify the resources on the basis of exhaustibility. Exhaustibility means conceptual, मतलब खपत के आधार पर sources की वंड. According to exhaustibility, there are two types of resources: renewable resources and non-renewable resources. First is renewable resources, the resources which never can be depleted, and these resources are reproduced by the physical, chemical or mechanical process again. मतलब कि ਰੀਨਿਊਏਬਲ ਰਿਸੋਰਸਿਸ ਉਹ ਰਿਸੋਰਸਿਸ ਨੇ ਜੋ ਕਿ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਕਦੇ ਵੀ ਖਤਮ ਨਹੀਂ ਹੁੰਦੇ। ਇਹਨਾਂ ਨੂੰ ਫਿਜ਼ੀਕਲ ਤੌਰ 'ਤੇ ਕੈਮੀਕਲ ਜਾਂ ਮਕੈਨੀਕਲ ਪ੍ਰੋਸੈਸ ਦੇ ਨਾਲ ਦੁਬਾਰਾ ਪੈਦਾ ਕੀਤਾ ਜਾ ਸਕਦਾ ਹੈ। ਔਰ ਸਮ ਆਰ ਆਟੋਮੈਟਿਕਲੀ ਰੀਪਰੋਡਿਊਸਡ। ਹੇਅਰ on the screen there are some examples of renewable resources like solar, wind energy, water, forest and wildlife, etc. Renewable resources may further divided in two types: continuous or flow and biological. For more clarification you can see the flow chart. Secondly, we have non-renewable resources which get millions of years to occur again, meaning ਇਹ ਸਾਡੇ ਕੋਲ ਉਹ ਅਨਵਿਆਉਣਯੋਗ ਸਾਧਨ ਨੇ ਜੋ ਕਿ ਦੁਬਾਰਾ ਪੈਦਾ ਹੋਣ ਵਾਸਤੇ ਲੱਖਾਂ ਸਾਲ ਲੈ ਲੈਂਦੇ ਨੇ ਔਰ ਅਸੀਂ ਖੁਦ ਇਹਨਾਂ ਨੂੰ ਫਿਜ਼ੀਕਲ, ਕੈਮੀਕਲ ਜਾਂ ਮਕੈਨੀਕਲ ਪ੍ਰੋਸੈਸ ਦੇ ਨਾਲ ਦੁਬਾਰਾ ਅਬਟੇਨ ਨਹੀਂ ਕਰ ਸਕਦੇ, ਜਿਵੇਂ ਕਿ ਫੋਸਲ ਫਿਊਲ ਐਂਡ ਸਮ ਕਾਈਂਡਸ ਮਿਨਰਲਸ। ਫੋਸਲ ਫਿਊਲਸ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਐਨਰਜੀ ਦੇ ਤੌਰ 'ਤੇ ਵਰਤਦੇ ਹਾਂ, ਜਿਵੇਂ ਕਿ ਕੈਰੋਸੀਨ, ਪੈਟਰੋਲ ਐਂਡ ਡੀਜ਼ਲ। Non-renewable resources further divided into two subdivided categories: recyclable and non-recyclable. Recyclable non-renewable resources ਨੇ metals। ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਕਿ ਸਾਡੇ ਕੋਲ ਇੱਕ 골ਡ ਦੀ ਰਿੰਗ ਹੈ। ਅਸੀਂ ਕਾਫੀ ਲੰਬਾ ਸਮਾਂ ਇਸ ਰਿੰਗ ਨੂੰ ਯੂਜ਼ ਕੀਤਾ ਹੈ ਔਰ ਉਸ ਤੋਂ ਬਾਅਦ ਇਸ ਦੀ ਸ਼ਾਈਨਿੰਗ ਥੋੜ੍ਹੀ ਫੇਡ ਹੋ ਗਈ ਹੈ। ਇਸ ਦਾ ਇਹ ਮਤਲਬ ਨਹੀਂ ਹੋਏਗਾ ਕਿ ਇਹ ਰਿੰਗ ਹੁਣ ਸਾਡੇ ਵਾਸਤੇ ਯੂਜ਼ਲੈਸ ਹੈ, ਕਿਉਂਕਿ ਜੁਐਲਰੀ ਸ਼ਾਪਕੀਪਰ ਅਗੇਨ ਇਸ ਦੀ ਸ਼ਾਈਨਿੰਗ ਰੀਸਾਈਕਲ ਵੇ ਦੇ ਨਾਲ ਓਬਟੇਨ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਜੋ ਪੁਰਾਣੇ ਵਾਹੀਕਲਸ ਨੇ, ਟੂਲਸ ਨੇ, ਯੂਟੈਂਸਿਲਸ ਨੇ ਜੋ ਕਿ ਆਇਰਨ, ਸਟੀਲ, ਸਿਲਵਰ ਐਕਸੈਕਟਰਾ ਤੋਂ ਬਣੇ ਹੋਏ ਨੇ, ਜਦੋਂ ਇਹ ਡੈਮੇਜ ਹੋ ਜਾਂਦੇ ਨੇ ਤਾਂ ਇਹਨਾਂ ਦਾ ਮੈਟਲ ਦੁਬਾਰਾ ਰੀਸਾਈਕਲ ਕਰਕੇ ਯੂਜ਼ ਕਰ ਲਿਆ ਜਾਂਦਾ ਹੈ। ਬਟ ਸੈਕਿੰਡ ਸਾਈਡ 'ਤੇ ਸਾਡੇ ਕੋਲ ਫੋਸਲ ਫਿਊਲਸ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ ਸਮੋਕ ਪੈਦਾ ਹੁੰਦੀ ਹੈ ਔਰ ਇਸ ਸਮੋਕ ਤੋਂ ਦੁਬਾਰਾ ਕਦੇ ਵੀ ਅਸੀਂ ਫੋਸਲ ਫਿਊਲ ਪੈਦਾ ਨਹੀਂ ਕਰ ਸਕਦੇ, ਜਿਸ ਕਰਕੇ ਅਸੀਂ ਇਹਨਾਂ ਨੂੰ ਨਾਨ ਰੀਸਾਈਕਲੇਬਲ, ਨਾਨ ਰੀਨਿਊਏਬਲ ਰਿਸੋਰਸਿਸ ਆਖਦੇ ਹਾਂ। The next classification of resources on the basis of ownership. On the basis of ownership, there are four types of resources: individual resources, community resources, national resources and international resources. First type is individual resources. So ownership ਕੀ ਹੁੰਦਾ ਹੈ? ਮਾਲਕੀ, ਕਿ ਕਿਸੇ ਰਿਸੋਰਸਿਸ ਦਾ ਮਾਲਕ ਕੌਣ ਹੈ, ਓਨਰ ਕੌਣ ਹੈ। So here individual resources are those resources which are also owned privately and individual, ਕਿ ਇਹ ਉਹ ਰਿਸੋਰਸਿਸ ਨੇ ਜਿਨ੍ਹਾਂ ਦਾ ਮਾਲਕ ਕੋਈ ਇੱਕ ਪਰਸਨ ਹੁੰਦਾ ਹੈ। ਜਿਵੇਂ ਕਿ ਸਾਡੀਆਂ ਲੈਂਡਸ ਨੇ ਜਿਨ੍ਹਾਂ ਉੱਪਰ ਅਸੀਂ ਕਲਟੀਵੇਸ਼ਨ ਕਰਦੇ ਪਏ ਹਾਂ, ਇਹ ਸਾਨੂੰ ਗੌਰਮੈਂਟ ਨੇ ਅਲੋਟ ਕੀਤੀਆਂ ਹੋਈਆਂ ਨੇ, ਦਿੱਤੀਆਂ ਹੋਈਆਂ ਨੇ। ਇਹ ਲੈਂਡਸ ਦਾ ਅਸੀਂ ਗੌਰਮੈਂਟ ਨੂੰ ਸਿਰਫ ਰੈਵਨਿਊ ਪੇ ਕਰਦੇ ਹਾਂ ਔਰ ਇਹਨਾਂ ਦੇ ਉੱਪਰ ਜੋ ਵੀ ਅਸੀਂ ਕਲਟੀਵੇਸ਼ਨ ਕਰਾਂਗੇ ਉਹਨਾਂ ਸਾਰਿਆਂ ਦੇ ਓਨਰ ਅਸੀਂ ਖੁਦ ਆਪ ਹੁੰਦੇ ਹਾਂ। ਸੈਕੰਡਲੀ, ਜੋ ਪਲਾਂਟੇਸ਼ਨ ਨੇ, ਬਾਗ ਨੇ, ਪਾਸਚਰ ਲੈਂਡਸ ਨੇ, ਚਾਰਗਾਹ ਨੇ। ਪਾਸਚਰ ਲੈਂਡਸ ਮਤਲਬ ਜਿੱਥੇ ਅਸੀਂ ਪਸ਼ੂ ਚਾਰਦੇ ਹਾਂ, ਜਾਂ ਕੋਈ ਵੈਲ ਹੈ, ਪੌਂਡਸ ਹੈ, ਇਹਨਾਂ ਦਾ ਮਾਲਕ ਕੋਈ ਅਗਰ ਇੱਕ ਪਰਸਨ ਹੈ ਤਾਂ ਇਹ ਸਾਡੇ ਕੋਲ ਇੰਡੀਵਿਜੂਅਲ ਰਿਸੋਰਸਿਸ ਨੇ। ਇਹਨਾਂ ਰਿਸੋਰਸਿਸ ਨੂੰ ਉਸ ਪਰਸਨ ਦੀ ਜੋ ਇਸ ਦਾ ਓਨਰ ਹੈ ਉਸ ਦੀ ਪਰਮਿਸ਼ਨ ਤੋਂ ਬਿਨਾਂ ਹੋਰ ਕੋਈ ਵੀ ਪਰਸਨ ਯੂਜ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਅਗਰ ਸਾਡਾ ਹੋਮ ਹੈ, ਕੋਈ ਬਾਈਕ ਹੈ, ਕਾਰ ਹੈ ਜਾਂ ਕੋਈ ਹੋਰ ਚੀਜ਼ ਹੈ ਜਿਸ ਦੇ ਉੱਪਰ ਅਸੀਂ ਖੁਦ ਇਨਵੈਸਟਮੈਂਟ ਕੀਤੀ ਹੋਈ ਹੈ ਔਰ ਉਸ ਨੂੰ ਆਪ ਖੁਦ ਬਾਏ ਕੀਤਾ ਹੈ, ਇਹ ਸਾਰੇ ਸਾਡੇ ਆਪਣੇ ਪਰਸਨਲ ਇੰਡੀਵਿਜੂਅਲ ਰਿਸੋਰਸਿਸ ਹੋਣਗੇ। ਸੈਕੰਡਲੀ ਵੀ ਹੈਵ ਕਮਿਊਨਿਟੀ ਓਨਡ ਰਿਸੋਰਸਿਸ। ਕਮਿਊਨਿਟੀ ਆਪਾਂ ਕਿਸ ਨੂੰ ਬੋਲਦੇ ਹਾਂ? ਆਪਣੇ ਸਮਾਜ ਨੂੰ, ਸੁਸਾਇਟੀ ਨੂੰ। ਸੋ ਇਹ ਉਹ ਰਿਸੋਰਸਿਸ ਨੇ ਜੋ ਕਿ ਸਾਰੀ ਸੁਸਾਇਟੀ ਦੇ, ਸਾਰੇ ਪੀਪਲ ਦੇ ਸਾਂਝੇ ਹੁੰਦੇ ਨੇ।
ਜਿਵੇਂ ਸਾਡੇ ਵਿਲੇਜਸ ਵਿੱਚ ਗੌਰਮੈਂਟ ਵੱਲੋਂ ਪੰਚਾਇਤ ਨੂੰ ਕੁਝ ਜ਼ਮੀਨ ਅਲੋਟ ਕੀਤੀ ਹੁੰਦੀ ਹੈ, ਜਾਂ ਸਾਡੇ ਪਿੰਡ ਦੀਆਂ ਜੋ ਬਰੀਅਲ ਗਰਾਊਂਡਸ ਨੇ, ਮਤਲਬ ਕਬਰਾਂ ਨੇ, ਪੌਂਡ ਹੈ, ਜਾਂ ਹੋਰ ਕੋਈ ਪਬਲਿਕ ਪਾਰਕ ਹੈ ਜੋ ਮਤਲਬ ਕਿਸੇ ਇੱਕ ਪਰਸਨ ਦੇ ਅੰਡਰ ਨਹੀਂ ਆਉਂਦੀ ਔਰ ਇੱਕ ਪਰਸਨ ਨੇ ਉਸ ਦੇ ਉੱਪਰ ਇਨਵੈਸਟਮੈਂਟ ਨਹੀਂ ਕੀਤੀ, ਤਾਂ ਇਹ ਸਾਰੀਆਂ ਥਿੰਗਸ ਨੂੰ ਅਸੀਂ ਕਮਿਊਨਿਟੀ ਰਿਸੋਰਸਿਸ ਦੀ ਕੈਟੇਗਰੀ ਵਿੱਚ ਇਨਕਲੂਡ ਕਰਦੇ ਹਾਂ। ਔਰ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਹੋਲ ਪੀਪਲ ਇਹ ਰਿਸੋਰਸਿਸ ਨੂੰ ਯੂਜ਼ ਕਰ ਸਕਦੇ ਨੇ। ਥਰਡ ਓਨਰਸ਼ਿਪ ਦੇ ਅਕੋਰਡਿੰਗ ਟਾਈਪ ਪਾਈ ਜਾਂਦੀ ਹੈ ਨੈਸ਼ਨਲ ਰਿਸੋਰਸਿਸ, ਰਾਸ਼ਟਰੀ ਸਾਧਨ। ਟੈਕਨੀਕਲ ਤੌਰ 'ਤੇ ਦੇਖਿਆ ਜਾਵੇ ਤਾਂ ਇੱਕ ਕੰਟਰੀ ਦੇ ਅੰਡਰ ਜਿੱਥੋਂ ਤੱਕ ਉਸ ਦੀਆਂ ਬਾਉਂਡਰੀ ਸਪਰੈਡ ਹੋਈਆਂ ਨੇ, ਉੱਥੋਂ ਤੱਕ ਜਿੰਨੇ ਵੀ ਰਿਸੋਰਸਿਸ ਹੋਣ ਉਹਨਾਂ ਸਾਰੇ ਰਿਸੋਰਸਿਸ ਦੇ ਉੱਪਰ ਇੱਕ ਨੇਸ਼ਨ ਦਾ ਰਾਈਟ ਹੁੰਦਾ ਹੈ, ਅਧਿਕਾਰ ਹੁੰਦਾ ਹੈ। ਬੇਸ਼ੱਕ ਉਹ ਰਿਸੋਰਸਿਸ ਸਾਡੇ ਇੰਡੀਵਿਜੂਅਲ ਰਿਸੋਰਸਿਸ ਵੀ ਹੋਣ, ਉਹਨਾਂ ਦੇ ਉੱਪਰ ਵੀ ਸਾਡੇ ਨੇਸ਼ਨ ਦਾ ਅਧਿਕਾਰ ਹੁੰਦਾ ਹੈ। ਐਜ਼ ਵੀ ਹੈਵ ਲੈਂਡ ਫਾਰ ਕਲਟੀਵੇਸ਼ਨ, ਬਟ ਇਫ ਗਵਰਨਮੈਂਟ ਵਾਂਟ ਟੂ ਐਕਵਾਇਰ ਆਵਰ ਲੈਂਡ ਫਾਰ ਸਮ ਡਿਵੈਲਪਮੈਂਟ ਪਰਪਸ, ਵੀ ਕੈਨ ਨਾਟ ਡਿਨਾਈ ਦਾ ਗਵਰਨਮੈਂਟ because a nation have first right on resources under its boundaries। ਮਤਲਬ ਕਿ ਜਿਵੇਂ ਸਾਡੇ ਕੋਲ ਲੈਂਡਸ ਜਿਨ੍ਹਾਂ ਦੇ ਉੱਪਰ ਅਸੀਂ ਖੇਤੀਬਾੜੀ ਕਰਦੇ ਹਾਂ, ਕਲਟੀਵੇਸ਼ਨ ਕਰਦੇ ਹਾਂ, ਅਗਰ ਸਾਡੀ ਇਹ ਜ਼ਮੀਨ ਗੌਰਮੈਂਟ ਕਿਸੇ ਵਿਕਾਸ ਦੇ ਕੰਮ ਵਾਸਤੇ ਯੂਜ਼ ਕਰਨਾ ਚਾਹੁੰਦੀ ਹੈ, ਮਤਲਬ ਰੇਲਵੇ ਲਾਈਨ ਸਪਰੈਡ ਕਰਨੀਆਂ, ਰੋਡਸ ਜਿਹੜੇ ਵਾਈਡ ਕਰਨੇ ਆ, ਜਾਂ ਕੈਨਲਸ ਡਿੱਗ ਕਰਨੀਆਂ ਨੇ, ਤਾਂ ਗੌਰਮੈਂਟ ਸਾਡੀ ਇਹ ਜ਼ਮੀਨ ਐਕਵਾਇਰ ਕਰ ਸਕਦੀ ਹੈ। ਅਸੀਂ ਗੌਰਮੈਂਟ ਨੂੰ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਜੋ ਰਿਸੋਰਸਿਸ ਨੇ, ਇਹਨਾਂ ਰਿਸੋਰਸਿਸ ਦੇ ਉੱਪਰ ਸਾਡੇ ਤੋਂ ਪਹਿਲਾਂ ਗੌਰਮੈਂਟ ਦਾ, ਸਾਡੇ ਨੇਸ਼ਨ ਦਾ, ਦੇਸ਼ ਦਾ ਅਧਿਕਾਰ ਹੁੰਦਾ ਹੈ। ਹੋਰ ਕਲੈਰੀਫਿਕੇਸ਼ਨ ਵਾਸਤੇ ਦੇਖੋ ਕਿ ਮੰਨ ਲਓ ਕਿ ਸਾਡੀ ਜੋ ਲੈਂਡ ਹੈ ਜਿਸ ਉੱਪਰ ਅਸੀਂ ਕਲਟੀਵੇਸ਼ਨ ਕਰਦੇ ਪਏ ਹਾਂ, ਉਹਦੇ ਉੱਪਰ ਸਡਨਲੀ ਕੋਈ ਐਕਸਪਲੋਇਟ ਹੋ ਗਏ, ਮਿਨਰਲਸ ਜਿਹੜੇ ਨਿਕਲਣੇ ਸ਼ੁਰੂ ਹੋ ਗਏ ਨੇ, ਜਾਂ ਫੋਸਲ ਫਿਊਲਸ ਜਿਹੜੇ ਸਾਨੂੰ ਪ੍ਰਾਪਤ ਹੋ ਗਏ ਨੇ, ਤਾਂ ਉਹ ਫੋਸਲ ਫਿਊਲਸ ਜਾਂ ਮਿਨਰਲ ਦੇ ਓਨਰ ਅਸੀਂ ਖੁਦ ਨਹੀਂ ਹੋਵਾਂਗੇ। ਜਿਸ ਪਲੇਸ ਤੋਂ ਇਹ ਮਿਨਰਲਸ ਜਾਂ ਫੋਸਲ ਫਿਊਲਸ ਨਿਕਲ ਰਹੇ ਹੋਣਗੇ, ਤਾਂ ਐਟ ਏ ਟਾਈਮ ਗੌਰਮੈਂਟ ਇਸ ਪਲੇਸ ਨੂੰ ਜਿਹੜਾ ਐਕਵਾਇਰ ਕਰ ਲੇਗੀ ਔਰ ਇਸ ਦੀ ਓਨਰ ਬਣ ਜਾਵੇਗੀ, ਔਰ ਇਸ ਦੇ ਬਦਲੇ ਸਾਨੂੰ ਕੋਈ ਕੰਪਨਸੇਸ਼ਨ, ਕੁਛ ਮੁਆਵਜ਼ਾ ਦੇ ਦਿੱਤਾ ਜਾਵੇਗਾ। On the screen you can see more examples of national resources like water resources, forest, wildlife, roads, trains, etc. Except this, if a country's boundary attached with an ocean or sea, then from the coast to 12 nautical mile in ocean, a nation can use whole the water and the other resources available till the 12 nautical miles. Nautical miles is a measurement unit to measure the distance in the ocean. Except these three categories, fourth category is international resources, अंतर्राष्ट्रीय साधन. This category is also belong to the ocean water. So as the title given to this international resources, so to manage and use of these resources, international institutions are formed who regulate who can use these resources. According to these institutions, beyond the 200 nautical miles in ocean, a single country cannot use the resources without the permission of these institutions. ਸੋ ਜਿਵੇਂ ਇਹਨਾਂ ਰਿਸੋਰਸਿਸ ਨੂੰ ਟਾਈਟਲ ਦਿੱਤਾ ਗਿਆ ਹੈ ਇੰਟਰਨੈਸ਼ਨਲ ਰਿਸੋਰਸਿਸ, ਤਾਂ ਇਸ ਦਾ ਮਤਲਬ ਹੈ ਕਿ ਇਹ ਸੋਰਸਿਸ ਸਾਰੇ ਕੰਟਰੀ ਦੇ ਜਿਹੜੇ ਸਾਂਝੇ ਸੋਰਸਿਸ ਨੇ। ਇਹਨਾਂ ਸੋਰਸਿਸ ਨੂੰ ਮੈਨੇਜ ਕਰਨ ਵਾਸਤੇ ਗੌਰਮੈਂਟ ਵੱਲੋਂ ਇੰਟਰਨੈਸ਼ਨਲ ਇੰਸਟੀਟਿਊਸ਼ਨ ਐਸਟੈਬਲਿਸ਼ ਕੀਤੀਆਂ ਗਈਆਂ ਨੇ। ਇਹਨਾਂ ਇੰਟਰਨੈਸ਼ਨਲ ਇੰਸਟੀਟਿਊਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਸਿੰਗਲ ਕੰਟਰੀ ਇਹ ਰਿਸੋਰਸਿਸ ਯੂਜ਼ ਨਹੀਂ ਕਰ ਸਕਦਾ। ਅਰਥ ਪਲੈਨਟ ਦੇ ਉੱਪਰ ਜੋ ਓਸ਼ੀਅਨ ਨੇ, ਇਹਨਾਂ ਓਸ਼ੀਅਨ ਵਿੱਚ ਜੋ 200 ਨਾਟੀਕਲ ਮਾਈਲ 'ਤੇ ਜਾ ਕੇ ਵਾਟਰ ਹੈ, ਉਸ ਵਾਟਰ ਨੂੰ ਕੋਈ ਇੱਕ ਕੰਟਰੀ ਇਹਨਾਂ ਇੰਸਟੀਟਿਊਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਯੂਜ਼ ਨਹੀਂ ਕਰ ਸਕਦਾ। ਔਰ ਅਗਰ ਵਾਟਰ ਤੋਂ ਇਲਾਵਾ ਕੋਈ ਹੋਰ ਤਰ੍ਹਾਂ ਦੇ ਮਿਨਰਲਸ ਜਾਂ ਸੋਰਸਿਸ ਜਿਹੜਾ 200 ਨਾਟੀਕਲ ਮਾਈਲ ਤੋਂ ਜਾ ਕੇ ਦੂਰ ਮਿਲਦੇ ਨੇ ਵਾਟਰ ਬੋਡੀ ਦੇ ਵਿੱਚ, ਤਾਂ ਉਹਨਾਂ ਦੀ ਯੂਜ਼ ਕਰਨ ਵਾਸਤੇ ਵੀ ਕਿਸੇ ਵੀ ਕੰਟਰੀ ਨੂੰ ਇੰਟਰਨੈਸ਼ਨਲ ਇੰਸਟੀਟਿਊਸ਼ਨ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਮੋਰ ਨੌਲੇਜ ਵਾਸਤੇ ਦੱਸਿਆ ਗਿਆ ਹੈ ਕਿ ਇੰਡੀਆ ਨੇ ਅਧਿਕਾਰ ਪ੍ਰਾਪਤ ਕੀਤਾ ਹੈ ਕਿ ਉਹ ਇੰਡੀਅਨ ਓਸ਼ਨ ਦੀ ਬੈਡ ਤੋਂ ਸਰਫੇਸ ਤੋਂ ਮੈਗਨੀਸ਼ ਨੋਡਲਸ ਮਾਈਨ ਕਰ ਸਕਦਾ ਹੈ, ਔਰ ਇਹ ਰਾਈਟ ਇੰਡੀਆ ਨੇ ਇੰਟਰਨੈਸ਼ਨਲ ਇੰਸਟੀਟਿਊਸ਼ਨ ਦੇ ਕੋਲੋਂ ਪ੍ਰਾਪਤ ਕੀਤਾ ਹੈ, ਕਿਉਂਕਿ ਇਹ ਏਰੀਆ 200 ਨਾਟੀਕਲ ਮਾਈਲ ਤੋਂ ਦੂਰ ਪੈਂਦਾ ਸੀ। Next we have the last classification of resources on the basis of development. ਵਿਕਾਸ ਦੇ ਆਧਾਰ ਤੇ resources ਦੀ ਵੰਡ। On the basis of development, we can classify the resources into 4 categories. First is
potential resources, संभावित साधन। These are resources which are found in a region but we have not been utilized। मतलब ਇਹ ਉਹ ਸਾਧਨ ਨੇ ਜੋ ਕਿ ਕਿਸੇ ਏਰੀਏ ਵਿੱਚ ਅਸੀਂ ਫਾਈਂਡ ਆਊਟ ਤੇ ਕਰ ਲਿਆ ਪਰ ਪ੍ਰੈਜੈਂਟ ਟਾਈਮ ਦੇ ਵਿੱਚ ਕਰੰਟ ਟਾਈਮ ਦੇ ਵਿੱਚ ਉਹਨਾਂ ਨੂੰ ਯੂਜ਼ ਨਹੀਂ ਕਰਦੇ ਪਏ। ਐਗਜ਼ਾਮਪਲ ਦੇ ਤੌਰ ਤੇ ਰਾਜਸਥਾਨ ਐਂਡ ਗੁਜਰਾਤ ਵਿੱਚ ਵਿੰਡ ਅਤੇ ਸੋਲਰ એનર્ਜੀ ਦੀ ਵਿਕਾਸ ਦੀ ਸੰਭਾਵਨਾ ਹੈ ਪਰ ਇਹ ਸਾਧਨ ਪੂਰੀ ਤਰ੍ਹਾਂ ਡਿਵੈਲਪ ਨਹੀਂ ਕੀਤੇ ਗਏ ਜਿਸ ਕਰਕੇ ਇਹਨਾਂ ਨੂੰ ਯੂਟੀਲਾਈਜ਼ ਨਹੀਂ ਕੀਤਾ ਜਾ ਰਿਹਾ। ਸੈਕੰਡ ਸਾਡੇ ਕੋਲ ਆ ਜਾਂਦਾ ਹੈ ਡਿਵੈਲਪਡ ਰਿਸੋਰਸਿਸ, ਵਿਕਸਿਤ ਸਾਧਨ। ਡਿਵੈਲਪਡ ਰਿਸੋਰਸਿਸ ਉਹ ਸਾਧਨ ਨੇ ਜੋ ਕਿ ਅਸੀਂ ਕਿਸੇ ਏਰੀਏ ਵਿੱਚ ਲੋਕੇਟ ਕਰ ਲਏ ਔਰ ਇਹਨਾਂ ਦੇ ਕੁਆਲਿਟੀ ਐਂਡ ਕੁਆਂਟੀਟੀ ਦੋਨੋਂ ਥਿੰਗਸ ਸਾਨੂੰ ਪਤਾ ਹੈ ਔਰ ਪ੍ਰੈਜੈਂਟ ਟਾਈਮ ਦੇ ਵਿੱਚ ਜੋ ਸਾਡੇ ਕੋਲ ਟੈਕਨੋਲੋਜੀ ਹੈ ਇਸ ਟੈਕਨੋਲੋਜੀ ਦੀ ਹੈਲਪ ਦੇ ਨਾਲ ਅਸੀਂ ਇਹ ਰਿਸੋਰਸਿਸ ਯੂਜ਼ ਕਰਦੇ ਪਏ ਹਾਂ। ਥਰਡ ਟਾਈਪ ਆਈ ਜਾਂਦੀ ਹੈ ਸਾਡੇ ਕੋਲ ਸਟਾਕ ਰਿਸੋਰਸਿਸ। ਸਟਾਕ ਰਿਸੋਰਸਿਸ ਵਿੱਚ ਉਹ ਰਿਸੋਰਸਿਸ ਇਨਕਲੂਡ ਕੀਤੇ ਜਾਂਦੇ ਨੇ ਜੋ ਕਿ ਸਾਡੀ ਨੀਡ ਨੂੰ ਸੈਟਿਸਫਾਈ ਕਰ ਸਕਦੇ ਨੇ ਬਟ ਵੀ ਡੂ ਨਾਟ ਹੈਵ ਦਾ ਐਡਵਾਂਸ ਟੈਕਨੋਲੋਜੀ ਨਾਓ ਹਾਊ ਟੂ ਯੂਜ਼ ਇਟ। ਮਤਲਬ ਕਿ ਇਹ ਸਾਧਨ ਸਾਡੀ ਨੀਡ ਸੈਟਿਸਫਾਈ ਕਰ ਸਕਦੇ ਨੇ, ਜ਼ਰੂਰਤ ਪੂਰੀ ਕਰ ਸਕਦੇ ਨੇ ਪਰ ਪ੍ਰੈਜੈਂਟ ਟਾਈਮ 'ਤੇ ਜੋ ਸਾਡੇ ਕੋਲ ਟੈਕਨੋਲੋਜੀ ਹੈ ਅਸੀਂ ਉਸ ਟੈਕਨੋਲੋਜੀ ਨਾਲ ਇਹਨਾਂ ਨੂੰ ਜਿਹੜਾ ਯੂਜ਼ ਨਹੀਂ ਕਰ ਸਕਦੇ। ਐਗਜ਼ਾਮਪਲ ਦਿੱਤੀ ਹੋਈ ਹੈ ਕਿ ਜਿਵੇਂ ਵਾਟਰ ਸਾਨੂੰ ਪਤਾ ਕਿ 2 ਕੰਪਾਊਂਡ ਤੋਂ ਮਿਲ ਕੇ ਬਣਿਆ ਹੋਇਆ ਹੈ, ਗੈਸਿਸ ਐਂਡ ਹਾਈਡਰੋਜਨ, ਔਰ ਹਾਈਡਰੋਜਨ ਜੋ ਹੈ ਇੱਕ એનર્ਜੀ ਦਾ ਰਿਚ ਸੋਰਸਿਸ ਹੈ ਬਟ ਵੀ ਹੈਵ ਨੋਟ ਟੈਕਨੋਲੋਜੀ ਟੂ ਨੋ ਹਾਊ ਹਾਈਡਰੋਜਨ ਕੈਨ ਯੂਜ਼ ਐਜ਼ એનર્ਜੀ। Fourth category is reserve resources. This is the subset of the stock resources. Reserve resources ਦੀ ਕੈਟੇਗਰੀ ਵਿੱਚ ਉਹ ਰਿਸੋਰਸਿਸ ਇਨਕਲੂਡ ਕੀਤੇ ਜਾਂਦੇ ਨੇ ਜੋ ਕਿ ਪ੍ਰੈਜੈਂਟ ਟੈਕਨੋਲੋਜੀ ਜੋ ਸਾਡੇ ਕੋਲ ਹੈਗੀ ਆ ਇਸ ਦੀ ਹੈਲਪ ਦੇ ਨਾਲ ਯੂਜ਼ ਕੀਤੇ ਜਾ ਸਕਦੇ ਨੇ ਔਰ ਅਸੀਂ ਜਾਣਦੇ ਵੀ ਹਾਂ ਕਿ ਨੋ ਹੋ ਕਿਵੇਂ ਅਸੀਂ ਇਹਨਾਂ ਨੂੰ ਯੂਜ਼ ਕਰਨਾ ਹੈ ਪਰ ਅਸੀਂ ਅਜੇ ਤੱਕ ਇਹਨਾਂ ਦਾ ਯੂਜ਼ ਸਟਾਰਟ ਨਹੀਂ ਕੀਤਾ। ਅਗਰ ਯੂਜ਼ ਕਰ ਵੀ ਰਹੇ ਹਾਂ ਤਾਂ ਪੂਰੀ ਕਪੈਸਿਟੀ ਦੇ ਨਾਲ ਇਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਇਸ ਦਾ ਕਾਰਨ ਇਹ ਹੈ ਕਿਉਂਕਿ ਇਹਨਾਂ ਸੋਰਸਿਸ ਦਾ ਸਾਡੇ ਕੋਲ ਹੋਰ ਕੋਈ ਅਲਟਰਨੇਟਿਵ ਅਵੇਲੇਬਲ ਹੈ ਔਰ ਅਸੀਂ ਇਹਨਾਂ ਨੂੰ ਆਪਣੀਆਂ ਫਿਊਚਰ ਦੀਆਂ ਨੀਡਸ ਰਿਕੁਆਇਰਮੈਂਟਸ ਪੂਰੀਆਂ ਕਰਨ ਵਾਸਤੇ ਰਿਜ਼ਰਵ ਰੱਖਿਆ ਹੋਇਆ ਹੈ। ਐਗਜ਼ਾਮਪਲ ਦੇ ਤੌਰ ਤੇ ਜੋ ਰਿਵਰ ਵਾਟਰ ਹੈ ਇਸ ਨੂੰ ਹਾਈਡਰੋ ਇਲੈਕਟ੍ਰੀਸਿਟੀ ਜਨਰੇਟ ਕਰਨ ਵਾਸਤੇ ਯੂਜ਼ ਕੀਤਾ ਜਾ ਸਕਦਾ ਹੈ ਪਰ ਪ੍ਰੈਜੈਂਟ ਟਾਈਮ 'ਤੇ ਇਸ ਚੀਜ਼ ਨੂੰ ਬਹੁਤ ਹੀ ਘੱਟ ਯੂਜ਼ ਕੀਤਾ ਜਾ ਰਿਹਾ ਹੈ।